ਹਰਵਿੰਦਰ ਸਿੰਘ ਚਾਵਲਾ ਇੱਕ ਵਾਰ ਫੇਰ ਦੇਸ਼ਾਂ ਵਿਦੇਸ਼ਾਂ ਦੀ ਸਾਰੀ ਸੰਗਤ ਦਾ ਸਵਾਗਤ ਕਰਦਾ। ਪਿਆਰੇ ਦਰਸ਼ਕੋ, ਜਿੱਦਾਂ ਕਿ ਅੱਜ ਕੱਲ੍ਹ ਸਾਡੀ ਮੁਹਿੰਮ ਹੈਗੀ ਹੈ ਕਿ ਲੋੜਵੰਦ ਗੁਰਸਿੱਖ ਪਰਿਵਾਰਾਂ ਦੇ ਲਈ ਅਸੀਂ ਹਮੇਸ਼ਾ ਹੀ ਕੋਸ਼ਿਸ਼ ਕਰਦੇ ਰਹਿੰਦੇ ਹਾਂ, ਉਪਰਾਲੇ ਕਰਦੇ ਰਹਿੰਦੇ ਹਾਂ ਕਿ ਉਹਨਾਂ ਦੀ ਕਿਸੇ ਤਰ੍ਹਾਂ ਆਪਾਂ ਹੈਲਪ ਕਰ ਸਕੀਏ। ਸੋ ਸਾਡੇ ਕੋਲ ਇੱਕ ਸੁਸਾਇਟੀ ਦੇ ਮੈਂਬਰ ਪਹੁੰਚੇ ਨੇ ਹਲਦਵਾਨੀ ਤੋਂ ਸਪੈਸ਼ਲ, ਜਿਹੜੇ ਕਿ ਬਹੁਤ ਵਧੀਆ ਵਰਕ ਕਰ ਰਹੇ ਨੇ। ਖਾਸ ਕਰਕੇ ਜਿਹੜੇ ਆਪਾਂ ਕਹੀਏ ਲੋੜਵੰਦ ਸਿੱਖ ਪਰਿਵਾਰ ਨੇ, ਉਹਨਾਂ ਦੇ ਲਈ ਇੱਕ ਕਹੀਏ ਜੇ ਮਸੀਹਾ ਬਣ ਕੇ ਆਈ ਹੈ ਇਹ ਟੀਮ, ਇਹ ਸੁਸਾਇਟੀ, ਤੇ ਕੋਈ ਗਲਤ ਨਹੀਂ ਹੋਏਗਾ। ਹਲਦਵਾਨੀ ਦੀ ਇਹ ਸੁਸਾਇਟੀ ਹੈ ਗੁਰੂ ਕਿਰਪਾ ਸੁਸਾਇਟੀ, ਜਿਹੜੇ ਕਿ ਪਿਛਲੇ ਲਗਭਗ 2 ਜਾਂ 2.5 ਸਾਲ ਹੀ ਹੋਏ ਨੇ ਇਹਨਾਂ ਨੂੰ, ਲੇਕਿਨ ਇਹਨਾਂ ਦੇ ਜਿਹੜੇ ਕੰਮ ਨੇ ਉਹ ਬਹੁਤ ਵਧੀਆ ਨੇ, ਇੱਕ ਮਿਸਾਲ ਕਾਇਮ ਕੀਤੀ ਹੈ। ਸੋ ਅੱਜ ਸਾਡੇ ਕੋਲ ਸਪੈਸ਼ਲ ਰੁੱਧਪੁਰ ਪਹੁੰਚੇ ਨੇ। ਇੱਕ ਨਵੀਂ ਪਾਲਿਸੀ ਸਾਡੇ ਜਿੱਦਾਂ ਕੀ ਹੁੰਦਾ ਕਿ ਐਜੂਕੇਸ਼ਨ ਦੇ ਲੰਗਰ ਦੀ ਬਹੁਤ ਜ਼ਿਆਦਾ ਅਹਿਮੀਅਤ ਤੇ ਬਹੁਤ ਜ਼ਿਆਦਾ ਲੋੜ ਹੈ। ਸੋ ਉਸੇ ਨੂੰ ਹੀ ਮੁੱਖ ਰੱਖਦਿਆਂ ਇਹਨਾਂ ਨੇ ਸਾਡੇ ਸਿੱਖ ਪਰਿਵਾਰਾਂ ਦੇ ਲਈ ਕੁਝ ਇਹਨਾਂ ਕੋਲ ਨਵੀਂ ਪਾਲਿਸੀਆਂ ਆਈਆਂ ਨੇ। ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਮੈਂ ਸਭ ਤੋਂ ਪਹਿਲਾਂ ਇਹਨਾਂ ਦਾ ਨਾਂ ਦੇ ਨਾਲ ਤੁਹਾਨੂੰ ਤਾਰੂਫ ਕਰਾ ਦਿਆਂ। ਮੇਰੇ ਨਾਲ ਮੌਜੂਦ ਨੇ ਮੇਰੇ ਕੋਲ ਸੁਰਿੰਦਰ ਕੌਰ ਜੀ ਤੇ ਸਰਦਾਰ ਜਸਵਿੰਦਰ ਸਿੰਘ ਜੀ, ਪ੍ਰਵਿੰਦਰ ਸਿੰਘ ਜੀ, ਹਰਸ਼ੀਨ ਕੌਰ ਜੀ ਜਿਹੜੇ ਕਿ CA ਨੇ, ਤੇ ਕਮਲਦੀਪ ਸਿੰਘ ਜੀ ਸਾਨੂੰ ਸਪੋਰਟ ਕਰ ਰਹੇ ਨੇ। ਸਭ ਤੋਂ ਪਹਿਲਾਂ ਸਾਂਝੇ ਤੌਰ ਤੇ ਇਹਨਾਂ ਦੀ ਫਤਿਹ ਦੀ ਅਰਜ਼ ਕਰਕੇ ਇਹਨਾਂ ਦਾ ਸਵਾਗਤ ਕਰ ਦਿੰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਸੁਰਿੰਦਰ ਕੌਰ ਜੀ ਕੋਲ ਆਉਂਦੇ ਆ ਤੇ ਪੁੱਛਦੇ ਆ ਕਿ ਜਿਸ ਚੀਜ਼ ਵੱਲ ਸਾਡੀ ਗੁਰਦੁਆਰਾ ਕਮੇਟੀਆਂ ਦਾ ਫੋਕਸ ਨਹੀਂ ਹੈ, ਜਿਨ੍ਹਾਂ ਕੋਲ ਵੱਡੇ ਵੱਡੇ ਬਜਟ ਨੇ, ਤੇ ਕੇਵਲ ਉਹਨਾਂ ਦਾ ਫੋਕਸ ਜੇ ਕਹੀਏ ਸਮਾਗਮਾਂ ਤੱਕ, ਨਗਰ ਕੀਰਤਨ ਤੱਕ ਜਾਂ ਹੋਰ ਇਸ ਤਰ੍ਹਾਂ ਦੇ ਕੰਮਾਂ ਵਿੱਚ ਰਹਿੰਦਾ ਹੈ। ਐਜੂਕੇਸ਼ਨ ਦੇ ਵਾਸਤੇ ਜਿਹੜੇ ਲੋੜਵੰਦ ਪਰਿਵਾਰ ਨੇ ਉਹਨਾਂ ਦੇ ਲਈ ਕੋਈ ਉਹਨਾਂ ਕੋਲ ਪਾਲਿਸੀ ਨਹੀਂ ਹੈ, ਕੋਈ ਰੂਪ ਰੇਖਾ ਨਹੀਂ ਹੈ। ਸੋ ਇਹ ਕਿਸ ਤਰ੍ਹਾਂ ਵਰਕ ਕਰ ਰਹੀ ਹੈ ਤੇ ਕਿੰਨੀ ਕੁ ਇਹ ਆਪਾਂ ਨੂੰ ਸੇਧ ਦੇ ਸਕਦੀ ਹੈ, ਉਹਨਾਂ ਕਮੇਟੀ ਨੂੰ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਸੁਰਿੰਦਰ ਕੌਰ ਜੀ, ਮੈਂ ਚਾਹੂੰਗਾ ਕਿ ਸਭ ਤੋਂ ਪਹਿਲਾਂ ਤੁਸੀਂ ਸੀਨੀਅਰ ਸ਼ਾਰਟ ਦੱਸੋ ਗੁਰੂ ਕਿਰਪਾ ਸੁਸਾਇਟੀ ਦੇ ਬਾਰੇ, ਇਹ ਕਿਵੇਂ ਹੋਂਦੇ ਚਾਹੀਏ? ਗੁਰੂ ਕਿਰਪਾ ਸੁਸਾਇਟੀ ਜਿਹੜੀ ਹੈ ਉਹ 2020 ਵਿੱਚ ਜਦੋਂ ਕੋਵਿਡ ਦੀ ਸਟਾਰਟਿੰਗ ਹੋਈ ਸੀ ਉਸ ਵੇਲੇ ਇਹਨੂੰ ਸਟਾਰਟ ਕੀਤਾ ਗਿਆ ਸੀ। ਤੇ ਉਸ ਵੇਲੇ ਆਪਾਂ ਜਿਹੜਾ ਸੀ ਲੰਗਰ ਚਲਾ ਕੇ ਇਸ ਨੂੰ ਆਪਾਂ ਸਟਾਰਟ ਕੀਤਾ ਸੀ। ਯਾਨੀ ਕਿ ਉਸ ਵੇਲੇ ਜਿਨ੍ਹਾਂ ਦੇ ਬਿਜ਼ਨਸ ਠੱਪ ਹੋ ਗਏ ਸੀਗੇ, ਇੱਕ ਤਰ੍ਹਾਂ ਦਾ ਰੋਟੀ ਦੇ ਲਈ ਵੀ ਕਈ ਬੜੇ ਜ਼ਿਆਦਾ ਮੁਹਤਾਜ ਸੀ, ਤੇ ਤੁਹਾਡੀ ਇਸ ਮੁਹਿੰਮ ਨੂੰ ਲੈ ਕੇ ਵੀ ਜੋ ਲੋੜਵੰਦ ਪਰਿਵਾਰ ਦੀ ਆਪਾਂ ਹੈਲਪ ਕਰ ਸਕੀਏ, ਇਹਨੂੰ ਚੀਜ਼ ਨੂੰ ਰੱਖਦੇ ਹੋਏ ਹਾਂਜੀ ਇਸ ਚੀਜ਼ ਨੂੰ ਹੀ ਮੁੱਖ ਰੱਖਦੇ ਹੋਏ ਲੰਗਰ ਦੀ ਸੇਵਾ ਕੀਤੀ ਸੀ। ਬਟ ਸਾਡਾ ਮੇਨ ਨਿਸ਼ਾਨਾ ਜਿਹੜਾ ਸੀ ਨਾ ਉਹ ਐਜੂਕੇਸ਼ਨ ਉਸ ਵੇਲੇ ਵੀ ਸੀ, ਕਿਉਂਕਿ ਉਸ ਵੇਲੇ ਬੱਚਿਆਂ ਦੀ ਜਿਹੜੀ ਆਨਲਾਈਨ ਕਲਾਸਿਸ ਸ਼ੁਰੂ ਹੋਈਆਂ ਸਨ ਤੇ ਕਈ ਪਰਿਵਾਰ ਐਸੇ ਸਨ ਜਿਨ੍ਹਾਂ ਕੋਲ ਮੋਬਾਈਲ ਨਹੀਂ ਸੀ, ਕੰਪਿਊਟਰ ਨਹੀਂ ਸੀ, ਤੇ ਅਸੀਂ ਸਾਰੇ ਲੋਕਾਂ ਦੀ ਹਲਦਵਾਨੀ ਦੀ ਸੰਗਤ ਦੇ ਸਹਿਯੋਗ ਦੇ ਨਾਲ ਇਹ ਸਾਰਾ ਕਲੈਕਟ ਕਰਕੇ ਮੋਬਾਈਲ, ਟੈਬਸ ਤੇ ਸਕੂਲ ਦੀ ਫੀਸ, ਕਿਉਂਕਿ ਸਾਰੀ ਚੀਜ਼ਾਂ ਬੰਦ ਹੋ ਚੁੱਕੀਆਂ ਸਨ ਤੇ ਲੋਕਾਂ ਨੂੰ ਫੀਸ ਦੇਣ ਵਾਸਤੇ ਵੀ ਪੈਸਾ ਨਹੀਂ ਸੀ, ਤੇ ਉਹ ਸਾਰੀ ਅਸੀਂ ਸੰਗਤ ਦੇ ਸਹਿਯੋਗ ਨਾਲ ਫੀਸ ਦਿੱਤੀ, ਬੱਚਿਆਂ ਨੂੰ ਮੋਬਾਈਲ ਦਿੱਤੇ ਗਏ ਤਾਂ ਕਿ ਉਹ ਆਪਣੀ ਆਨਲਾਈਨ ਕਲਾਸਿਸ ਨੂੰ ਕੰਟੀਨਿਊ ਕਰਕੇ ਐਜੂਕੇਸ਼ਨ ਨੂੰ ਬੜਾਵਾ ਦੇ ਸਕੀਏ ਅਸੀਂ। ਅੱਛਾ, ਹੁਣ ਜਿਹੜੀ ਤੁਸੀਂ ਨਵੀਂ ਪਾਲਿਸੀ ਲੈ ਕੇ ਆਏ ਹੋ ਉਹ ਕਿਸ ਤਰ੍ਹਾਂ ਦੀ ਹੈ? ਥੋੜਾ ਜਿਹਾ ਉਹਦੇ ਬਾਰੇ ਸਾਨੂੰ ਦੱਸੋਗੇ? ਇਹ ਹੈ ਸਾਡਾ, ਜਿਵੇਂ 12ਵੀਂ ਕਲਾਸ ਦੇ ਬੱਚਿਆਂ ਨੂੰ ਕੁਝ ਟਿਪਸ ਐਂਡ ਟ੍ਰਿਕਸ ਚਾਹੀਦੇ ਹੁੰਦੇ ਨੇ ਬੋਰਡਸ ਦੀ ਐਗਜ਼ਾਮਸ ਦੇਣ ਵਾਸਤੇ, ਉਹਦੇ ਲਈ ਆਪਾਂ ਨੇ 35 ਦਿਨਾਂ ਦਾ ਕੋਰਸ ਸ਼ੁਰੂ ਕੀਤਾ ਹੈ। ਸ਼ਾਰਟ ਟਰਮ ਕੋਰਸ ਹੈ ਜੋ ਅਸੀਂ 14 ਜਨਵਰੀ ਤੋਂ ਹੀ ਸ਼ੁਰੂ ਕਰ ਰਹੇ ਹਾਂ, ਕਿਉਂਕਿ ਬੋਰਡ ਦੇ 14 ਜਨਵਰੀ ਆ ਰਹੀ ਹੈ, ਕਿਉਂਕਿ ਬੋਰਡ ਐਗਜ਼ਾਮਸ ਨਜ਼ਦੀਕ ਆ ਗਏ ਨੇ। ਇਸ ਦੇ ਨਾਲ ਜਿਹੜਾ ਹੈ ਇਸ ਤੋਂ ਬਾਅਦ ਜਿਵੇਂ ਬੋਰਡਸ ਦੇ ਐਗਜ਼ਾਮਸ ਖਤਮ ਹੋਣਗੇ ਤੇ ਬੱਚੇ ਇੱਧਰ ਉੱਧਰ ਨੱਸ ਰਹੇ ਹੁੰਦੇ ਨੇ, ਉਹ ਕੀ ਕਰਨ, ਉਹਨਾਂ ਨੂੰ ਸਮਝ ਨਹੀਂ ਆਉਂਦਾ, ਉਹਨਾਂ ਨੂੰ ਫੀਲਡ ਗਾਈਡਲਾਈਨਸ ਨਹੀਂ ਮਿਲ ਪਾਉਂਦੀ, ਤੇ ਇਸ ਕਰਕੇ ਆਪਾਂ ਇੱਕ ਛੋਟਾ ਜਿਹਾ ਕ੍ਰੈਸ਼ ਕੋਰਸ 45 ਡੇਜ਼ ਦਾ CA ਦਾ ਉਹ ਵੀ ਸ਼ੁਰੂ ਕਰਨ ਜਾ ਰਹੇ ਹਾਂ। ਉਹ ਬੋਰਡ ਦੇ ਐਗਜ਼ਾਮਸ ਤੋਂ ਬਾਅਦ ਹੋਏਗਾ। ਤੇ ਨਾਲ ਹੀ ਸਾਡੀ ਗੁਰੂ ਕਿਰਪਾ ਸੁਸਾਇਟੀ ਦੀ ਜਿਹੜੀ ਮੇਨ ਮਕਸਦ ਇਹ ਹੈ ਕਿ ਅਸੀਂ ਐਜੂਕੇਸ਼ਨ ਨੂੰ ਬੜਾਵਾ ਦੇ ਸਕੀਏ। ਖਾਲੀ CA ਦੇ ਕੋਰਸ ਹੀ ਨਹੀਂ, ਸਾਡਾ ਮੇਨ ਮਕਸਦ ਹੋਏਗਾ ਕਿ ਅੱਗੇ ਆਉਣ ਵਾਲੇ ਟਾਈਮ ਤੇ ਸੰਗਤ ਦਾ ਅੱਛਾ ਸਹਿਯੋਗ ਸਾਨੂੰ ਮਿਲਦਾ ਰਿਹਾ ਤੇ ਅਸੀਂ IAS PCS ਦੇ ਜਿਹੜੀ ਕੋਚਿੰਗ ਸਨ, ਮੈਡੀਕਲ ਕੋਚਿੰਗਸ, ਇਹ ਸਾਰੀਆਂ ਵੀ ਪ੍ਰੋਵਾਈਡ ਬੱਚਿਆਂ ਨੂੰ, ਸਿਵਲ ਸਰਵਿਸ ਸਾਡੇ ਨੌਜਵਾਨ ਗੁਰਸਿੱਖ ਪਰਿਵਾਰ ਜਿਹੜੇ ਬੱਚੇ ਆ ਸਕਣ, ਇਹਦੇ ਲਈ ਤੁਸੀਂ ਹਾਂਜੀ। ਕਿਉਂਕਿ ਕਈ ਵਾਰੀ ਜਦੋਂ ਅਸੀਂ ਆਪਾਂ ਗੁਰਦੁਆਰੇ ਜਾਂਦੇ ਆ ਨਾ ਤੇ ਦੇਖਦੇ ਆ ਉੱਥੇ ਜਿਹੜੇ ਸਾਡੇ ਸੇਵਾਦਾਰ ਨੇ ਤੇ ਗ੍ਰੰਥੀ ਸਿੰਘ ਨੇ, ਉਹਨਾਂ ਦੇ ਬੱਚੇ ਨੇ ਇੱਧਰ ਉੱਧਰ ਘੁੰਮ ਰਹੇ ਨੇ, ਉਹਨਾਂ ਨੂੰ ਐਜੂਕੇਸ਼ਨ ਦੀ ਠੀਕ ਗਾਈਡਲਾਈਨ ਨਹੀਂ ਮਿਲ ਪਾਉਂਦੀ, ਔਰ ਫਾਈਨੈਂਸ ਕਰਕੇ ਉਹ ਜਿਹੜੇ ਨੇ ਆਪਣੇ ਬੱਚਿਆਂ ਨੂੰ ਚੰਗੀ ਐਜੂਕੇਸ਼ਨ ਨਹੀਂ ਦੇ ਪਾਉਂਦੇ, ਚੰਗੀ ਮਹਿੰਗੀ ਕੋਚਿੰਗਸ ਵਿੱਚ ਨਹੀਂ ਉਹਨਾਂ ਦੇ ਐਡਮਿਸ਼ਨ ਕਰਾ ਸਕਦੇ। ਤੇ ਸਾਡਾ ਮੇਨ ਮਕਸਦ ਹੈ ਕਿ ਸਾਡੇ ਜਿਹੜੇ ਗੁਰਸਿੱਖ ਬੱਚੇ ਹਨ ਜੋ ਫਾਈਨੈਂਸ ਕਰਕੇ ਕਾਫੀ ਪਿੱਛੇ ਹੋ ਰਹੇ ਹਨ, ਉਹਨਾਂ ਨੂੰ ਗਾਈਡਲਾਈਨਸ ਨਹੀਂ ਮਿਲ ਪਾ ਰਹੀਆਂ, ਉਹ ਕੋਚਿੰਗਸ ਵਿੱਚ ਐਡਮਿਸ਼ਨ ਨਹੀਂ ਲੈ ਪਾ ਰਹੇ, ਤੇ ਸਾਡੀ
ਪੂਰੀ ਕੋਸ਼ਿਸ਼ ਰਹੇਗੀ ਕਿ ਅਸੀਂ ਆਪਣੇ ਗੁਰਸਿੱਖ ਬੱਚਿਆਂ ਨੂੰ ਅੱਗੇ ਵਧਾ ਸਕੀਏ। ਮਤਲਬ ਗਾਈਡਲਾਈਨਸ ਦੇ ਨਾਲ ਨਾਲ ਉਹਨਾਂ ਦੇ ਫਾਈਨੈਂਸ਼ਲੀ ਤੁਸੀਂ ਵੀ ਹੈਲਪ ਕਰੋਗੇ ਜਿਹੜੇ ਲੋੜਵੰਦ। ਹਾਂਜੀ ਬਿਲਕੁਲ। ਨਾਲ ਹੀ ਅੱਗੇ ਆਉਣ ਵਾਲੇ ਟਾਈਮ ਤੇ ਇਹ ਵੀ ਕੋਸ਼ਿਸ਼ ਹੈਗੀ ਕਿ ਕਾਉਂਸਲਿੰਗ ਜਿਹੜੀ ਕਰੀਅਰ ਕਾਉਂਸਲਿੰਗ ਦੀ ਕੋਚਿੰਗ ਵੀ ਅਸੀਂ ਲਗਾਈਏ ਤਾਂ ਕਿ ਬੱਚਿਆਂ ਨੂੰ ਪਤਾ ਲੱਗ ਸਕੇ ਕਿ ਉਹਨਾਂ ਨੇ 12th ਤੋਂ ਬਾਅਦ ਕਰਨਾ ਕੀ ਹੈ, ਕਿਹੜੀ ਲਾਈਨ ਵਿੱਚ ਜਾਣਾ ਹੈ, ਕਿਉਂਕਿ ਉਹਨਾਂ ਦੇ ਕਈ ਟਾਈਮ ਤੇ ਇਸ ਤਰ੍ਹਾਂ ਹੀ ਬੇਕਾਰ ਚਲਾ ਜਾਂਦਾ ਹੈ, ਇੱਕ ਇੱਕ ਦੋ ਦੋ ਸਾਲ ਨਿਕਲ ਜਾਂਦੇ ਨੇ, ਉਹਨਾਂ ਨੂੰ ਪਤਾ ਹੀ ਨਹੀਂ ਲੱਗ ਪੈਂਦਾ ਕਿ ਉਹਨਾਂ ਨੇ ਲਾਈਫ ਵਿੱਚ ਕਿਹੜਾ ਗੋਲ ਲੈਣਾ ਹੈ। ਬਿਲਕੁਲ ਜੀ। ਹਲਦਵਾਨੀ ਦੀ ਸੰਗਤ ਨੂੰ ਖਾਸ ਕਰਕੇ ਅਪੀਲ ਹੈ ਕਿ ਤੁਹਾਡੀ ਨਜ਼ਰ ਦੇ ਵਿੱਚ ਕੋਈ ਵੀ ਇਸ ਤਰ੍ਹਾਂ ਦੇ ਨੀਡੀ ਹੋਣ ਜਿਹੜੇ ਇਹਨਾਂ ਦੀ ਸੇਵਾਵਾਂ ਲੈਣਾ ਚਾਹੁੰਦੇ ਹਨ, ਇਹਨਾਂ ਨਾਲ ਸੰਪਰਕ ਕਰ ਸਕਦੇ ਹੋ। ਗੁਰੂ ਕਿਰਪਾ ਜਿਹੜੀ ਸੁਸਾਇਟੀ ਬਹੁਤ ਵਧੀਆ ਕੰਮ ਕਰ ਰਹੀ ਹੈ। ਹਰਸ਼ੀਨ ਕੌਰ ਜੀ ਕੋਲ ਆਉਂਦੇ ਆ, ਉਹਨਾਂ ਦਾ ਸਵਾਗਤ ਕਰਦੇ ਆ ਤੇ ਉਹਨਾਂ ਤੋਂ ਪੁੱਛਦੇ ਆ ਇਹ ਆਪਣਾ ਕੀ ਮੈਸੇਜ ਦੇਣਾ ਚਾਹੁੰਦੇ ਨੇ। ਹਰਸ਼ੀਨ ਕੌਰ ਜੀ ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ, ਵੈਲਕਮ ਹੈ ਜੀ। ਵੀਰ ਜੀ ਮੈਂ ਇਹੀ ਕਹਿਣਾ ਚਾਹਾਂਗੀ ਸੰਗਤਾਂ ਨੂੰ कि इस मुहिम का वध तो वध जेडे भी स्टूडेंट्स हैं वो जुड़े और इस मुहिम का लाभ लें, क्योंकि ये सारे 12th क्लास के बच्चों के लिए हमने स्टार्ट किया है जो प्रॉपर गाइडेंस नहीं जिनको मिल पाती, जो फाइनेंशियली वीक हैं या फिर अंडर प्रिविलेज्ड हैं या फिर कैपेबल होने के बाद भी अच्छे मार्क्स नहीं ऑब्टेन कर पाते ड्यू टू लैक ऑफ प्रॉपर गाइडेंस। तो हमारी हाथ जोड़ के बेनती है वो इस मुहिम से जुड़े और ज़्यादा से ज़्यादा स्टूडेंट्स इसका बेनिफिट लें जी। ਸਰਦਾਰ ਪ੍ਰਵਿੰਦਰ ਸਿੰਘ ਜੀ ਵੀ ਮੇਰੇ ਨਾਲ ਮੌਜੂਦ ਨੇ ਜਿਹੜੇ ਕਿ ਹਮੇਸ਼ਾ ਹੀ ਤਤਪਰ ਰਹਿੰਦੇ ਨੇ ਸੇਵਾ ਦੇ ਲਈ। ਪਿਛਲੇ ਸਾਲ ਵੀ ਅਸੀਂ ਹਲਦਵਾਨੀ ਗਏ ਸੀ, ਬਹੁਤ ਇਹਨਾਂ ਦੀ ਸੇਵਾਵਾਂ ਦਾ ਅਸੀਂ ਨਾਂ ਸੁਣਿਆ ਸੀਗਾ। ਸੋ ਇਹਨਾਂ ਦੇ ਕੋਲ ਆਉਂਦੇ ਹਾਂ ਤੇ ਫਤਿਹ ਦੀ ਅਰਜ਼ ਕਰਕੇ ਇਹਨਾਂ ਦਾ ਕੀ ਮੈਸੇਜ ਸੁਣਿਆ ਲੈਣ ਦੀ ਕੋਸ਼ਿਸ਼ ਕਰਦੇ ਹਾਂ। ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਜੀ ਤੁਸੀਂ ਕੀ ਸੁਣਿਆ ਦੇਣਾ ਚਾਹੁੰਦੇ ਹੋ, ਖਾਸ ਕਰਕੇ ਜਿਸ ਤਰ੍ਹਾਂ ਦੇ ਹਲਦਵਾਨੀ ਦੀ ਗੁਰੂ ਕਿਰਪਾ ਸੁਸਾਇਟੀ ਕੰਮ ਕਰ ਰਹੀ ਹੈ ਤੇ ਆਮ ਤੌਰ ਤੇ ਮੈਨੂੰ ਲੱਗਦਾ ਕਿ ਸਾਡੇ ਰੁੱਧਪੁਰ ਸ਼ਹਿਰ ਤਾਂ ਬਿਲਕੁਲ ਇਹਦਾ ਨਾਂ ਸਾਧ ਹੀ ਨਹੀਂ ਹੈ, ਤੇ ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਹੋ ਹੋਰ ਜਿਹੜੇ ਭਾਵੇਂ ਗੁਰਦੁਆਰਾ ਕਮੇਟੀਆਂ ਜਾਂ ਹੋਰ ਸਾਡੇ ਨਾਲ ਜਿਹੜੇ ਸ਼ਹਿਰ ਦੇ ਇਸ ਪ੍ਰੋਗਰਾਮ ਨੂੰ ਦੇਖ ਰਹੇ ਉਹਨਾਂ ਨੂੰ ਕੀ ਮੈਸੇਜ ਕੀ ਸੁਨੇਹਾ ਦੇਣਾ ਚਾਹੁੰਦੇ ਹੋ? ਮੈਂ ਇਹੀ ਕਹਿਣਾ ਚਾਹਾਂਗਾ ਕਿ ਜਿੱਥੇ ਵੀ ਇਹ ਸਭ ਦੇਖਿਆ ਜਾ ਰਿਹਾ ਸੁਣ ਰਹੇ ਨੇ ਸੰਗਤ, ਤੇ ਉਹ ਅੱਗੇ ਆਏ ਆਪਣੇ ਉਸ ਸਮਾਜ ਦੇ ਜਿਹੜੇ ਵੀ ਬੱਚੇ ਨੇ ਜਿਹੜੇ ਪਿੱਛੇ ਨੇ ਜਾਂ ਕੋਈ ਵੀ ਲੋਕ ਜਿਹੜੇ ਪਿੱਛੇ ਨੇ ਆਪਣੇ ਸਿੱਖ ਸਮਾਜ ਦੇ, ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਜੋ ਹੈਲਪ ਚਾਹੀਦੀ ਹੈ ਉਸ ਵਿੱਚ ਉਹ ਹਿੱਸਾ ਲੈਣ, ਉਹਨਾਂ ਨੂੰ ਇੱਕ ਡਿਵੈਲਪ ਸਮਾਜ ਵਿੱਚ ਐਡ ਕਰਨ ਤਾਂ ਕਿ ਜਿਹੜਾ ਸਾਡਾ ਸਿੱਖੀ ਦਾ ਇੱਕ ਬਹੁਤ ਵੱਡਾ ਨਾਰਾ ਹੈ ਇੱਕ ਸਮਾਨਤਾ ਦਾ, ਇਕੁਐਲਿਟੀ ਦਾ, ਉਹ ਸਪਰੈਡ ਹੋ ਸਕੇ ਸਹੀ ਮਾਇਨੇ ਵਿੱਚ। ਇਹ ਮੈਂ ਕਹਿਣਾ ਚਾਹਾਂਗਾ। ਇੱਕ ਚੀਜ਼ ਹੋਰ, ਆਮ ਤੌਰ ਤੇ ਇਹਨਾਂ ਚੀਜ਼ਾਂ ਵੱਲ ਫੋਕਸ ਨਹੀਂ ਹੈ। ਭਾਵੇਂ ਸਿਵਲ ਸਰਵਿਸਿਜ਼ 'ਚ ਵੇਖੀ ਸਾਡੇ ਜਿਹੜੇ ਦਸਤਾਰਧਾਰੀ ਨੌਜਵਾਨ ਬਹੁਤ ਘੱਟ ਨੇ, ਕੋਈ ਆਫੀਸਰ ਕੋਈ ਟਾਵਾਂ ਹੀ ਕੋਈ ਦਿਸਦਾ ਹੋਏਗਾ, ਤੇ ਇਹ ਬੜੀ ਅਫਸੋਸਜਨਕ ਗੱਲ ਨਹੀਂ ਹੈ ਕਿ ਮਤਲਬ ਤੁਸੀਂ ਮੈਸੇਜ ਕੀ ਦੇਣਾ ਚਾਹੁੰਦੇ ਹੋ ਕਿ ਸਾਡੇ ਜਿਹੜੀ ਨੌਜਵਾਨ ਸਿੱਖੀ ਹੈ ਇਸ ਵੱਲ ਪ੍ਰੇਰਿਤ ਹੋ ਸਕੇ, ਜਾਂ ਹੋਰ ਜਿਹੜੀਆਂ ਸਾਡੀਆਂ ਸੁਸਾਇਟੀਆਂ ਗੁਰਦੁਆਰਾ ਕਮੇਟੀਆਂ ਜਿਨ੍ਹਾਂ ਕੋਲ ਸੋਰਸਸ ਨੇ ਵੱਡੇ ਵੱਡੇ, ਉਹ ਇਸ ਵੱਲ ਕੀ ਆਪਣਾ ਰੋਲ ਅਦਾ ਕਰ ਸਕਦੇ ਨੇ? ਮੈਨੂੰ ਲੱਗਦਾ ਹੈ ਸਾਡਾ ਸੋਸਾਇਟੀ ਦੇ ਸਕਸੈਸ ਨੂੰ ਦੇਖ ਕੇ ਜੋ ਸੰਗਤ ਨੇ ਸਾਨੂੰ ਇਤਨਾ ਪਿਆਰ ਕੀਤਾ, ਹਲਦਵਾਨੀ ਦੀ ਇਤਨਾ ਸਪੋਰਟ ਕੀਤਾ, ਹੋਰ ਵੀ ਲੋਕ ਜਲਦੀ ਇਸ ਤੋਂ ਪ੍ਰੇਰਨਾ ਲੈਣਗੇ ਔਰ ਅੱਗੇ ਆਣਗੇ, 100% ਆਣਗੇ। ਤਾਂ ਅਸੀਂ ਮੋਟੀਵੇਸ਼ਨ ਲੈ ਕੇ ਹੀ ਅੱਗੇ ਆਏ ਹਾਂ, ਤਾਂ ਹੋਰ ਵੀ ਸੁਸਾਇਟੀਜ਼ ਹੋਰ ਵੀ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅੱਗੇ ਆਣਗੀਆਂ ਅਤੇ ਨਾਲੇ ਸਮਾਜ ਦਾ ਭਲਾ ਇਸੇ ਤਰ੍ਹਾਂ ਹੀ ਹੋ ਸਕਦਾ ਹੈ ਜੀ। ਸਰਦਾਰ ਜਸਵਿੰਦਰ ਸਿੰਘ ਜੀ ਮੇਰੇ ਨਾਲ ਮੌਜੂਦ ਨੇ, ਉਹਨਾਂ ਨਾਲ ਫਤਿਹ ਦੀ ਅਰਜ਼ ਕਰਦੇ ਹਾਂ ਤੇ ਉਹਨਾਂ ਤੋਂ ਪੁੱਛਦੇ ਹਾਂ ਉਹਨਾਂ ਦਾ ਕੀ ਕਹਿਣਾ ਹੈ। ਭਾਈ ਸਾਹਿਬ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ। ਬਹੁਤ ਸੋਹਣਾ ਤੁਸੀਂ ਕੰਮ ਕਰ ਰਹੇ ਹੋ, ਤੁਹਾਡੀ ਸੁਸਾਇਟੀ ਕਰ ਰਹੀ ਹੈ, ਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਇਹ ਪ੍ਰੋਗਰਾਮ ਜਿਹੜਾ ਲਾਈਵ ਟੈਲੀਕਾਸਟ ਕੀਤਾ ਜਾ ਰਿਹਾ? ਮੈਂ ਇਹ ਚਾਹਨਾ ਕਿ ਜਿਸ ਤਰ੍ਹਾਂ ਸਾਡੀ ਇਹ ਸੁਸਾਇਟੀ ਕੰਮ ਕਰ ਰਹੀ ਹੈ, ਦੂਜੀ ਸੰਸਥਾ ਵੀ ਸਾਡੇ ਜਿਸ ਤਰ੍ਹਾਂ ਅਸੀਂ ਕੰਮ ਕਰ ਰਹੇ ਹਾਂ ਉਹ ਵੀ ਅੱਗੇ ਆ ਕੇ ਸਾਡੀ ਤਰ੍ਹਾਂ ਹੀ ਕੰਮ ਕਰੇ ਤਾਂ ਕਿ ਕੌਮ ਦੀ ਤਰੱਕੀ ਹੋ ਸਕੇ। ਕੌਮ ਦੀ ਤਰੱਕੀ ਤਾਂ ਹੀ ਹੋ ਸਕਦੀ ਹੈ ਜਦ ਸਾਡੇ ਬੱਚੇ ਅੱਗੇ ਵਧ ਕੇ ਐਜੂਕੇਸ਼ਨ ਵਿੱਚ ਕੁਝ ਸਾਡਾ ਨਾਮ ਕਰ ਸਕਣਗੇ। ਪਾਲਿਸੀ ਮਤਲਬ ਮੈਂ ਚਾਹਨਾ ਹੈ ਕਿ ਸਾਡੇ ਬੱਚੇ ਪੜ੍ਹ ਲਿਖ ਕੇ PCS IAS ਦੀ ਕੁਆਲੀਫਾਈਡ ਕਰੀਏ ਤੇ ਉਹ ਕੌਮ ਦਾ ਨਾਂ ਤਾਂ ਹੀ ਅੱਗੇ ਵਧਾ ਪਾਣਗੇ ਜਦ ਉਹ ਪੜ੍ਹ ਲਿਖ ਕੇ ਕੁਝ ਕਰ ਸਕਣਗੇ ਜੀ। ਬਹੁਤ ਬਹੁਤ ਸੋਹਣਾ ਮੈਸੇਜ ਦਿੱਤਾ ਹੈ। ਸੁਰਿੰਦਰ ਕੌਰ ਜੀ ਕੋਲ ਫਿਰ ਆਉਂਦੇ ਆ। ਸੁਰਿੰਦਰ ਕੌਰ ਜੀ ਤੁਹਾਡਾ ਇਹ ਦਾਇਰਾ ਕੀ ਹੈ, ਕਿੰਨਾ ਕੁ ਏਰੀਆ ਤੁਸੀਂ ਕਵਰ ਕਰਦੇ ਹੋ, ਤੇ ਭਾਵੇਂ ਹਲਦਵਾਨੀ ਤੋਂ ਬਾਹਰ ਵੀ ਕੋਈ ਤੁਹਾਡੀਆਂ ਸੇਵਾਵਾਂ ਲੈਣਾ ਚਾਹਵੇ ਤਾਂ ਲੈ ਸਕਦਾ? ਬਿਲਕੁਲ ਜੀ। ਅਗਰ ਫਿਲਹਾਲ ਤੁਸੀਂ ਕਿੰਨਾ ਏਰੀਆ ਕਵਰ ਕਰ ਰਹੇ ਹੋ? ਫਿਲਹਾਲ ਤੇ ਸਾਡੀ ਕੋਸ਼ਿਸ਼ ਹੈ ਕਿ ਹਲਦਵਾਨੀ ਤੇ ਹਲਦਵਾਨੀ ਦੇ ਆਸ-ਪਾਸ ਦਾ ਜਿੰਨਾ ਵੀ ਏਰੀਆ ਹੈ ਉਹ ਆਪਾਂ ਕਵਰ ਕਰਾਂਗੇ ਇਸ ਤੋਂ। ਤੇ ਕੀ ਮੈਸੇਜ ਸੁਨੇਹਾ ਕੀ ਦੇਣਾ ਚਾਹੁੰਦੇ ਹੋ? ਇਹ ਜਿਹੜੇ ਸਾਡੇ ਪ੍ਰੋਗਰਾਮ ਵੇਖੋ, ਸਾਡਾ ਪ੍ਰੋਗਰਾਮ ਦਾ ਕਰਨ ਦਾ ਮਕਸਦ ਇਹ ਹੈ ਕਿ ਤੁਹਾਡੀ ਗੱਲ ਜਿਹੜਾ ਤੁਹਾਡਾ ਮੈਸੇਜ ਹਲਦਵਾਨੀ ਦੀ ਸੰਗਤ ਤੋਂ ਇਲਾਵਾ ਇੱਕ ਜਿਹੜੀਆਂ ਸਾਡੇ ਦੂਜੀ ਸੰਸਥਾਵਾਂ ਹੀ ਪ੍ਰੋਗਰਾਮ ਨੂੰ ਦੇਖ ਰਹੇ ਨੇ ਉਹਨਾਂ ਦੇ ਲਈ ਇੱਕ ਪ੍ਰੇਰਣਾ ਹੋ ਸਕੇ। ਉਹਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹੋ? ਅੱਜ ਇੱਕ ਗੱਲ ਦਾ ਬੜਾ ਅਫਸੋਸ ਹੁੰਦਾ ਹੈ ਦੇਖ ਕੇ ਕਿ ਜਿੱਥੇ ਆਪਾਂ ਇੰਨੇ ਵੱਡੇ ਵੱਡੇ ਲੰਗਰ ਲਗਾ ਰਹੇ ਹਾਂ, ਸਟਾਲਸ ਲਗਾਉਂਦੇ ਹਾਂ, ਨਗਰ ਕੀਰਤਨ ਤੇ ਕਿੰਨਾ ਪੈਸਾ ਰੋੜਦੇ ਹਾਂ। ਸਾਡੀ ਸਿੱਖ ਸੰਸਥਾਵਾਂ ਕੋਲ ਬਹੁਤ ਪੈਸਾ ਹੈ, ਸਾਡੇ ਜਿਹੜੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਹਨ ਉਹਨਾਂ ਕੋਲ ਬਹੁਤ ਪੈਸਾ ਹੈ। ਕਾਸ਼ ਕਿ ਉਹਨਾਂ ਨੇ ਕਦੀ ਇਸ ਵੱਲ ਧਿਆਨ ਦਿੱਤਾ ਹੁੰਦਾ ਕਿ ਅਸੀਂ ਐਜੂਕੇਸ਼ਨ ਦਾ ਲੰਗਰ ਲਗਾਈਏ, ਕਿਉਂਕਿ ਅੱਜ ਜਿਸ ਵੇਲੇ ਆਪਾਂ ਝਾਤ ਮਾਰਦੇ ਹਾਂ ਨਾ ਕਿ ਜਿਹੜੇ ਹੋਰ ਲੋਕੀ ਜੱਜ ਬਣੇ ਬੈਠੇ ਹਨ,
ਹੋਰ ਡਾਕਟਰਸ ਹਨ, ਹੋਰ ਜਿਹੜੇ PCS ਆਫੀਸਰ ਹਨ, ਜੇਕਰ ਕਾਸ਼ ਕਦੀ ਸਾਡੇ ਗੁਰਸਿੱਖ ਬੱਚੇ ਉੱਤੇ ਬੈਠੇ ਹੁੰਦੇ ਤੇ ਸਾਨੂੰ ਉਹਨਾਂ ਅੱਗੇ ਜਾ ਕੇ ਚੁੱਕਣ ਦੀ ਲੋੜ ਨਹੀਂ ਪੈਂਦੀ। ਸੋ ਮੈਂ ਇਹ ਬਹੁਤ ਅਪੀਲ ਕਰਨੀ ਆ ਸਾਰੀ ਸਿੱਖ ਸੰਗਤਾਂ ਅੱਗੇ ਕਿ ਆਪਣੇ ਬੱਚਿਆਂ ਨੂੰ ਐਜੂਕੇਸ਼ਨ ਵੱਲ ਵਧਾਈਏ, ਉਹਨਾਂ ਨੂੰ ਐਸੇ ਅਹੁਦਿਆਂ ਤੇ ਪਹੁੰਚਾਈਏ, ਉਹਨਾਂ ਨੂੰ ਸਪੋਰਟ ਕਰੀਏ, ਫਾਈਨੈਂਸ਼ਲੀ ਉਹਨਾਂ ਨੂੰ ਸਪੋਰਟ ਕਰੀਏ। ਗੁਰਦੁਆਰਾ ਪ੍ਰਬੰਧਕ ਕਮੇਟੀਆਂ ਜਿਹੜੀਆਂ ਹਨ ਉਹ ਸਾਰੀਆਂ ਇਸ ਵੱਲ ਖਾਸ ਧਿਆਨ ਦੇਣ ਕਿ ਅੱਜ ਜਿੱਥੇ ਲੋੜ ਹੈ ਤੁਹਾਡੇ, ਇਹ ਮੁਬਾਰਕ ਹਨ ਤੁਸੀਂ ਜੋ ਲੰਗਰ ਲਗਾ ਰਹੇ ਹੋ, ਇਹ ਸਭ ਮੁਬਾਰਕ ਹਨ, ਪਰ ਆਪਣੇ ਬੱਚਿਆਂ ਵੱਲ ਖਾਸ ਤੌਰ ਤੇ ਧਿਆਨ ਦਈਏ। ਆਪਣੀ ਪੀੜ੍ਹੀ ਜਿਹੜੀ ਆ ਰਹੀ ਹੈ ਉਹਨੂੰ ਰੋਲੀਏ ਨਾ, ਉਹਨੂੰ ਐਜੂਕੇਸ਼ਨ ਦੀ ਵੱਲ ਜ਼ਰੂਰ ਅੱਗੇ ਵਧਾਈਏ ਤਾਂ ਕੋਈ ਇੱਕ ਅੱਛੇ ਅਹੁਦੇ ਤੇ ਪਹੁੰਚ ਕੇ ਸਾਡੇ ਸਿੱਖ ਕੌਮ ਦਾ ਨਾਮ ਰੋਸ਼ਨ ਕਰ ਸਕਣ। ਜੇਕਰ ਅੱਜ ਹੀ ਨਿਊਜ਼ਪੇਪਰ ਵਿੱਚ ਦੇਖ ਰਹੇ ਸੀ ਕਿ ਸਿੱਖ ਬੀਬੀ ਜਿਹੜੀ ਹੈ ਉਹ ਜੱਜ ਬਣੀ ਹੈ ਅਮਰੀਕਾ ਵਿੱਚ, ਤੇ ਇਸ ਤਰ੍ਹਾਂ ਜੇਕਰ ਐਸੇ ਉੱਚੇ ਅਹੁਦਿਆਂ ਤੇ ਸਾਡੇ ਸਿੱਖ ਬੱਚੇ ਪਹੁੰਚਣਗੇ ਤੇ ਉਹ ਸਾਡੇ ਵਾਸਤੇ ਬੜਾ ਮਾਣ ਮਹਿਸੂਸ ਹੋਏਗਾ ਸਾਨੂੰ। ਅੱਜ ਅਸੀਂ ਇਸ ਗੱਲ ਦਾ ਅਫਸੋਸ ਹੁੰਦਾ ਜਿਸ ਵੇਲੇ ਗੁਰਦੁਆਰਿਆਂ ਵੱਲ ਝਾਤ ਮਾਰਦੇ ਆ ਨਾ ਤੇ ਗ੍ਰੰਥੀ ਸਿੰਘਾਂ ਤੇ ਇਹਨਾਂ ਦੇ ਕੋਈ ਪ੍ਰਚਾਰਕ ਕੋਈ ਐਸੇ ਆ ਜਾਂਦੇ ਹਨ ਜੋ ਨਾਰਮਲ ਮਤਲਬ ਉਸ ਤਰ੍ਹਾਂ ਦੀ ਕਥਾ ਕਰ ਰਹੇ ਹੁੰਦੇ ਨੇ, ਸਾਡੇ ਬੱਚੇ ਜੁੜਦੇ ਨਹੀਂ ਹਨ। ਲੇਕਿਨ ਕੋਈ ਲੌਜੀਕਲ ਔਰ ਐਜੂਕੇਟਿਡ ਪ੍ਰਚਾਰਕ ਆਉਂਦਾ ਹੈ ਨਾ ਤੇ ਬੱਚੇ ਜਿਹੜੇ ਹਨ ਉਹਨਾਂ ਦੀ ਗੱਲ ਨੂੰ ਬਹੁਤ ਸੋਹਣੀ ਤਰੀਕੇ ਨਾਲ ਸੁਣਦੇ ਹਨ, ਕਿਉਂਕਿ ਉਹ ਲੌਜੀਕਲ ਸਾਨੂੰ ਸਾਰੀਆਂ ਚੀਜ਼ਾਂ ਐਕਸਪਲੇਨ ਕਰ ਰਹੇ ਹੁੰਦੇ ਹਨ, ਪ੍ਰੈਕਟੀਕਲ ਲਾਈਫ ਦੇ ਬਾਰੇ ਵਿੱਚ ਦੱਸ ਰਹੇ ਹੁੰਦੇ ਹਨ। ਤੇ ਤਾਂ ਹੀ ਪੋਸੀਬਲ ਹੈ ਜੇ ਸਾਡੇ ਪ੍ਰਚਾਰਕ ਵੀ ਪੜ੍ਹੇ ਲਿਖੇ ਹੋਣਗੇ, ਉਹ ਵੀ ਅਗਰ ਉੱਚੇ ਅਹੁਦਿਆਂ ਤੇ ਹੋਣਗੇ, ਨਿਸ਼ਕਾਮ ਸੇਵਾ ਕਰਕੇ ਉਹ ਸਾਡੇ ਸਿੱਖ ਬੱਚਿਆਂ ਨੂੰ ਅੱਗੇ ਗੁਰਮਤ ਨਾਲ ਵੀ ਜੋੜ ਸਕਣਗੇ, ਤਾਂ ਹੀ ਸਾਡੇ ਬੱਚੇ ਗੁਰਸਿੱਖ ਡਾਕਟਰ, ਗੁਰਸਿੱਖ ਇੰਜੀਨੀਅਰ, ਗੁਰਸਿੱਖ PCS ਆਫੀਸਰ ਵੀ ਬਣ ਸਕਣਗੇ। ਸੋ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਆਪ ਸਾਰੇ ਇਸ ਵੱਲ ਧਿਆਨ ਦਿਓ। ਸਾਡਾ ਪੈਸਾ ਐਵੇਂ ਨਾ ਜਾਏ, ਕੌਮ ਦਾ ਪੈਸਾ ਐਵੇਂ ਰੁਲੇ ਨਾ, ਸਾਡੇ ਕੌਮ ਦਾ ਪੈਸਾ ਜਿਹੜਾ ਹੈ ਉਹ ਬੱਚਿਆਂ ਨੂੰ ਇੱਕ ਅੱਛੇ ਅਹੁਦਿਆਂ ਤੇ ਲੈ ਜਾ ਕੇ ਉਹਨਾਂ ਨੂੰ ਇੱਕ ਮਾਣ, ਸਾਨੂੰ ਵੀ ਮਾਣ ਫੀਲ ਹੋਏ ਕਿ ਸਾਡੇ ਬੱਚੇ ਨੇ ਉੱਚੇ ਅਹੁਦਿਆਂ ਤੇ ਪਹੁੰਚੇ ਹੋਏ ਹਨ। ਸੋ ਬਹੁਤ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਬਹੁਤ ਸੋਹਣਾ ਮੈਸੇਜ ਤਾਂ ਸੁਰਿੰਦਰ ਕੌਰ ਜੀ ਨੇ, ਖਾਸ ਕਰਕੇ ਮੈਂ ਇਹਨਾਂ ਦਾ ਜਦੋਂ ਮੈਸੇਜ ਸੁਣ ਰਿਹਾ ਸੀ ਮੈਂ ਵੀ ਭਾਵੁਕ ਹੋ ਗਿਆ ਸੀ ਕਿ ਕਿਵੇਂ ਇਹਦਾ ਮਤਲਬ ਇਹ ਕਿੰਨੇ ਮਗਨ ਨੇ, ਕਿੰਨੇ ਚਿੰਤਾ ਦੇ ਵਿੱਚ ਨੇ ਸਾਡੇ ਗੁਰਸਿੱਖ ਪਰਿਵਾਰਾਂ ਦੇ ਬੱਚਿਆਂ ਨੂੰ ਲੈ ਕੇ, ਉਹਨਾਂ ਦੀ ਐਜੂਕੇਸ਼ਨ ਨੂੰ ਲੈ ਕੇ। ਸੋ ਇੱਕ ਪ੍ਰੇਰਣਾ ਹੈ ਇਹ ਸੋਸਾਇਟੀ, ਗੁਰੂ ਕਿਰਪਾ ਸੋਸਾਇਟੀ ਹਲਦਵਾਨੀ ਦੀ ਜਿਸ ਤਰ੍ਹਾਂ ਦਾ ਇੱਕ ਵਰਕ ਕਰ ਰਹੀ ਹੈ। ਸਾਨੂੰ ਲੱਗਦਾ ਕਿ ਹਰ ਸ਼ਹਿਰ ਦੇ ਵਿੱਚ ਇਸ ਤਰ੍ਹਾਂ ਦੀ ਸੁਸਾਇਟੀਆਂ ਹੋਣੀ ਚਾਹੀਦੀਆਂ ਨੇ ਜਿਹਦੇ ਵਿੱਚ ਸਾਡੇ ਲੋੜਵੰਦ ਪਰਿਵਾਰ ਜਿਹੜੇ ਕਿ ਚਾਹੁੰਦੇ ਨੇ ਕੁਝ, ਜਿਨ੍ਹਾਂ ਦੇ ਵਿੱਚ ਬੱਚਿਆਂ ਦੇ ਵਿੱਚ ਕੁਝ ਜਜ਼ਬਾ ਹੈ। ਖਾਸ ਕਰਕੇ ਅਸੀਂ ਇਹ ਫੋਕਸ ਕੀਤਾ, ਅਸੀਂ ਧਿਆਨ, ਜਦੋਂ ਸਾਡੀ ਨੌਲੇਜ, ਅਸੀਂ ਐਕਸਪੀਰੀਅੰਸ ਸਾਡਾ ਰਿਹਾ ਹੈ ਕਿ ਜਿਨ੍ਹਾਂ ਦੇ ਵਿੱਚ, ਜਿਨ੍ਹਾਂ ਨੂੰ ਜਿਹੜੇ ਲੋੜਵੰਦ ਪਰਿਵਾਰ ਨੇ ਉਹਨਾਂ ਦੇ ਬੱਚਿਆਂ ਵਿੱਚ ਜਜ਼ਬਾ ਬਹੁਤ ਹੈ ਕੁਝ ਕਰਨ ਦਾ, ਗੁਜ਼ਰਨ ਦਾ, ਕੁਝ ਬਣਨ ਦਾ, ਲੇਕਿਨ ਕਿਤੇ ਨਾ ਕਿਤੇ ਫਾਈਨੈਂਸ਼ੀਅਲ ਸਪੋਰਟ ਨਾ ਹੋਣ ਕਰਕੇ ਉਹ ਦਬ ਕੇ ਰਹਿ ਜਾਂਦੇ ਨੇ ਤੇ ਅੱਗੇ ਨਹੀਂ ਆ ਪਾਉਂਦੇ। ਸੋ ਗੁਰਦੁਆਰਾ ਕਮੇਟੀਆਂ ਦਾ ਕੇਵਲ ਤੇ ਕੇਵਲ ਫੋਕਸ ਜਿਹੜਾ ਹੈ ਉਹ ਸਮਾਗਮਾਂ ਤੇ, ਨਗਰ ਕੀਰਤਨ ਤੇ, ਲੰਗਰ ਤੇ, ਇਹਨਾਂ ਤੱਕ ਹੀ ਉਹ ਜ਼ਰੂਰੀ ਹੈ, ਲੇਕਿਨ ਸਾਰਾ ਫੋਕਸ ਕੀ ਕੇਵਲ ਉਹਦੇ ਤੇ ਹੀ ਜ਼ਰੂਰ ਲਗਾ ਦੇਣਾ ਚਾਹੀਦਾ। ਅੱਜ ਲੋੜ ਜਿਹੜੀ ਹੈ ਬਹੁਤ ਜ਼ਿਆਦਾ ਲੋੜ ਹੈ, ਜਿਸ ਤਰ੍ਹਾਂ ਦੀ ਗੁਰੂ ਕਿਰਪਾ ਸੁਸਾਇਟੀ ਉਪਰਾਲੇ ਕਰ ਰਹੀ ਹੈ, ਸਾਰਿਆਂ ਨੂੰ ਇਸ ਤਰ੍ਹਾਂ ਉਪਰਾਲੇ ਕਰਨੇ ਚਾਹੀਦੇ ਨੇ। ਹਰਸ਼ੀਨ ਕੌਰ ਜੀ ਕੋਲ ਆਉਂਦੇ ਆ, ਜਾਂਦੇ ਇਹਨਾਂ ਦਾ ਮੈਸੇਜ ਲੈਣ ਦੀ ਕੋਸ਼ਿਸ਼ ਕਰਦੇ ਹਾਂ। ਹਰਸ਼ੀਨ ਕੌਰ ਜੀ, ਜਾਂਦੇ ਕੁਝ ਹੋਰ ਤੁਸੀਂ ਕਹਿਣਾ ਚਾਹੋ, कोई मैसेज देना हाँ वीर जी, मैं यही कहना चाहूँगी कि जितने भी हमारे सिख समाज के बच्चे हैं, हम आज की डेट में मिनॉरिटी हैं, तो मैं यही मैसेज देना चाहूँगी सबको गुरु कृपा सोसाइटी की तरफ से कि हम अपने बच्चों को प्रेरित करें कि वो एजुकेट हों और ऐसी पोजीशंस में जाके बैठे जहाँ वो अपने ह्यूमन राइट्स को प्रोटेक्ट कर सकें, उसके लिए डिसीजंस ले सकें। जितने भी हमारे गुरु थे जिन्होंने इतनी कुर्बानियाँ और शहादतें दी हैं, वो सिर्फ और सिर्फ ह्यूमन राइट्स को प्रोटेक्ट करने के लिए दी हैं। तो मैं यही चाहूँगी आज की डेट में हम अपने ह्यूमन राइट्स तभी प्रोटेक्ट कर सकते हैं जब हम उस पोजीशन में बैठे हों, सिविल सर्विसेज की हायर पोस्ट पे बैठे हों, जहां हमारे पास राइट्स हो कि हम भी ह्यूमन डिसीजंस ले सके, ह्यूमन राइट्स को प्रोटेक्ट करने के डिसीजंस ले सके। तो हमें अपने बच्चों को मोटिवेट करना चाहिए इन सारे डायरेक्शंस के टूवर्ड्स। और इसके मैं यही कहना चाहूँगी कि सिविल सर्विसेज करने के लिए मेन बातें जो होती है कोचिंग्स होती हैं, या CA करने के लिए मेन जो बाधा आती है वो कोचिंग्स की फीस को लेकर आती है। तो हमने एक स्टेप लिया है कि CA करने के लिए बच्चों को जो कोचिंग्स चाहिए होती है, जो काफ़ी महंगी होती है, वो हम अपने लेवल से प्रोवाइड कर सकें। ऐसे ही आगे अब हमारा ये भी मोटिव है, ये हमारा एक विजन है कि आगे आने वाले इस साल के आखिरी तक हम शायद सिविल सर्विसेज की भी कोचिंग्स शुरुआत कर पाएंगे। थैंक यू। बहुत बहुत धन्यवाद। ਸੋ ਪ੍ਰਵਿੰਦਰ ਸਿੰਘ, ਜਾਂਦੇ ਤੁਹਾਡੇ ਕੋਲ ਆਉਂਦੇ ਆ, ਇੰਨੇ ਬਿਜੀ ਸ਼ੈਡਿਊਲ ਦੇ ਵਿੱਚ ਤੁਸੀਂ ਇਸ ਤਰ੍ਹਾਂ ਦੇ ਪਰਉਪਕਾਰੀ ਕੰਮ ਕਰ ਕਿਵੇਂ ਲੈਂਦੇ ਹੋ? ਅੱਜ ਕੱਲ੍ਹ ਦੇ ਵਿੱਚ ਆਪਣੇ ਪਰਿਵਾਰਾਂ ਦੇ ਲਈ, ਆਪਣੇ ਲਈ ਸਮਾਂ ਨਹੀਂ ਹੈ, ਫਿਰ ਤੁਸੀਂ ਇੰਨਾ ਸਮਾਂ ਕਿਵੇਂ ਕੱਢ ਲੈਂਦੇ ਹੋ? ਪਹਿਲੇ ਅਸੀਂ ਲੋਕ ਵੀ ਇਹ ਸੋਚਦੇ ਸੀ ਕਿ ਕਿਸ ਤਰ੍ਹਾਂ ਹੋਏਗਾ, ਬਟ ਹੁਣ ਅਸੀਂ ਕਰਨੇ ਆ ਤਾਂ ਸਾਨੂੰ ਲੱਗਦਾ ਹੈ ਕਿ ਸਾਨੂੰ ਕਰਨਾ ਹੀ ਚਾਹੀਦਾ ਹੈ। ਇਹਦੇ ਬਗੈਰ
ਅਧੂਰਾਪਨ ਲੱਗਦਾ ਹੈ ਲਾਈਫ ਵਿੱਚ। ਅਗਰ ਤੁਸੀਂ ਸੋਸਾਇਟੀ ਨੂੰ ਵਾਪਸ ਨਹੀਂ ਦਿੱਤਾ ਤਾਂ ਸੋਸਾਇਟੀ ਤੋਂ ਅਸੀਂ ਲਿਆ ਯਾਨੀ ਕਿ ਅਗਰ ਤੁਸੀਂ ਇੰਨੇ ਜੋਗੇ ਹੈਗੇ ਹੋ ਕੁਝ ਦੇ ਸਕਦੇ ਹੋ ਤਾਂ ਜ਼ਰੂਰ ਦੇਣਾ ਚਾਹੀਦਾ ਤੁਹਾਡੇ ਬਿਲਕੁਲ ਹਰ ਕਿਸੇ ਨੂੰ ਦੇਣਾ ਚਾਹੀਦਾ ਹੈ। ਔਰ ਅੱਗੇ ਮੈਨੂੰ ਲੱਗਦਾ ਹੈ ਜੇ ਲੋਕ ਸਾਨੂੰ ਦੇਖ ਕੇ ਜਾਂ ਇਹ ਜੇ ਮੋਟੀਵੇਸ਼ਨ ਨੂੰ ਦੇਖ ਕੇ ਹੋਰ ਅੱਗੇ ਆਣਗੇ ਵੀ ਔਰ ਆਣੇ ਵੀ ਚਾਹੀਦੇ ਨੇ। ਅੱਛਾ, ਜੇ ਤੁਹਾਡੇ ਇਸ ਉਪਰਾਲੇ ਦੇ ਨਾਲ ਜੇ ਇੱਕ ਬੱਚਾ ਵੀ ਅਗਰ ਉੱਚ ਅਹੁਦੇ ਤੇ ਨਿਕਲ ਜਾਂਦਾ ਹੈ ਤੇ ਕਿੰਨੀ ਵੱਡੀ ਉਪਲਬਧੀ ਹੋਏਗੀ ਕੌਮ ਦੇ ਲਈ? ਕਿੰਨੀ ਗੱਲ ਸਾਡੇ ਵਾਸਤੇ ਜਾਂ ਪੂਰੀ ਸਿੱਖ ਕੌਮ ਵਾਸਤੇ ਹਲਦਵਾਨੀ ਦੀ ਸੰਗਤ ਵਾਸਤੇ ਬਹੁਤ ਖੁਸ਼ੀ ਦੀ ਗੱਲ ਹੋਏਗੀ ਔਰ ਉਹ ਸਮੇਂ ਬਹੁਤ ਜਲਦ ਆਏਗਾ। ਅਸੀਂ ਇਸ ਵਾਸਤੇ ਬਹੁਤ ਸ਼ੁਰ ਹਾਂ। ਬਿਲਕੁਲ ਜੀ, ਅਸੀਂ ਤੁਹਾਡੇ ਨਾਲ ਜੁੜੇ ਹੋਏ ਹਾਂ। ਅਸੀਂ ਵੀ ਗੁਰੂ ਸਾਹਿਬ ਦੇ ਚਰਨਾਂ ਅਰਦਾਸ ਕਰਦੇ ਹਾਂ ਕਿ ਤੁਸੀਂ ਜਿਸ ਮਕਸਦ ਨੂੰ ਲੈ ਕੇ ਤੁਰੇ ਹੋ ਬਹੁਤ ਤੁਹਾਨੂੰ ਉਪਲਬਧੀਆਂ ਤੇ ਕਾਮਯਾਬੀਆਂ ਬਖਸ਼ਣ। ਭਾਈ ਸਾਹਿਬ ਜਾਂਦੇ ਜਾਂਦੇ ਕੁਝ ਹੋਰ ਕਹਿਣਾ ਚਾਹੋਗੇ? ਮੈਂ ਇਹ ਕਹਿਣਾ ਚਾਹਾਂਗਾ ਜੀ, ਜਿਵੇਂ ਕਹਿੰਦੇ ਆ ਨਾ ਰਾਜ ਕਰੇਗਾ ਖਾਲਸਾ, ਤੇ ਖਾਲਸਾ ਤਾਂ ਹੀ ਰਾਜ ਕਰੇਗਾ ਜਦ ਸਾਡੇ ਬੱਚੇ ਪੜ੍ਹ ਲਿਖ ਕੇ ਥੱਲੇ ਤੋਂ ਉੱਠ ਕੇ ਪਾਲਿਸੀ ਮੇਕਰ ਬਣਨਗੇ, ਜਾਂ ਤੱਕ ਤਾਂ ਹੀ ਉਹ ਤਰੱਕੀ ਕੌਮ ਦੀ ਕਰ ਸਕਣਗੇ। ਸੋ ਬਹੁਤ ਬਹੁਤ ਧੰਨਵਾਦ। ਸੋ ਤੁਸੀਂ ਆਪਣੇ ਮੈਸੇਜ ਇਹਦੇ ਵਿੱਚ ਜ਼ਰੂਰ ਪਾ ਦਿਆ ਜੇ, ਆਪਣੇ ਕਮੈਂਟ ਇਹਦੇ ਵਿੱਚ ਜ਼ਰੂਰ ਪਾ ਦਿਆ ਜੇ। ਗੁਰੂ ਕਿਰਪਾ ਸੁਸਾਇਟੀ ਜਿਹੜੀ ਕਿ ਇਸ ਤਰ੍ਹਾਂ ਦੇ ਉਪਰਾਲੇ ਲੈ ਕੇ ਆਈ ਹੈ, ਐਜੂਕੇਸ਼ਨ ਦੇ ਲੰਗਰ, ਜਿਹਦੀ ਬਹੁਤ ਜ਼ਿਆਦਾ ਅੱਜ ਦੇ ਸਮੇਂ ਦੇ ਵਿੱਚ ਲੋੜ ਹੈ। ਤੁਸੀਂ ਸਮਾਚਾਰ ਸੁਣਦੇ ਹੋਣੇ ਆ ਕਿ ਫਲਾਣੇ ਜਗ੍ਹਾ ਤੇ ਸਿੱਖ ਜਿਹੜੇ ਨੇ ਉਹ ਕਨਵਰਜਨ ਹੋ ਗਏ ਨੇ, ਯਾਨੀ ਕਿ ਜਿਹੜੀ ਸਿੱਖੀ ਇਹਨੇ ਤਸੀਹੇ ਝੇਲਣ ਤੋਂ ਬਾਅਦ ਵੀ ਨਹੀਂ ਸਿੱਖੀ ਤੋਂ ਅਡੋਲ ਹੋਏ ਸੀ, ਅੱਜ ਐਜੂਕੇਸ਼ਨ ਜਿੰਨੀ ਮਹਿੰਗੀ ਹੋ ਚੁੱਕੀ ਹੈ, ਹੈਲਥ ਇਸ਼ੂ ਇੰਨੇ ਮਹਿੰਗੇ ਹੋ ਚੁੱਕੇ ਨੇ, ਜਿਨ੍ਹਾਂ ਦੇ ਬਦੌਲਤ ਈਸਾਈ ਭਾਈਚਾਰਾ ਜਿਹੜਾ ਸਿੱਖੀ ਨੂੰ ਕਨਵਰਜਨ ਕਰਨ ਦੇ ਵਿੱਚ ਸਫਲ ਹੋ ਰਿਹਾ ਹੈ। ਸੋ ਜਿਹਦੇ ਵੱਲ ਸਾਡੀ ਸੁਸਾਇਟੀਆਂ ਦਾ, ਸਾਡੀ ਕਮੇਟੀਆਂ ਦਾ ਕੋਈ ਵੀ ਫੋਕਸ ਨਹੀਂ ਹੈ। ਸੋ ਇਸ ਤਰ੍ਹਾਂ ਗੁਰੂ ਕਿਰਪਾ ਸੁਸਾਇਟੀ ਜਿਸ ਤਰ੍ਹਾਂ ਅੱਗੇ ਨਿਕਲ ਕੇ ਆਈ ਹੈ, ਉਮੀਦ ਕਰਦੇ ਹਾਂ ਕਿ ਹੋਰ ਵੀ ਸੰਸਥਾਵਾਂ ਇਹਨਾਂ ਤੋਂ ਪ੍ਰੇਰਣਾ ਲੈ ਕੇ ਅੱਗੇ ਆਉਣ। ਤੇ ਫਤਿਹ ਦੀ ਅਰਜ਼ ਕਰਕੇ ਇੱਥੇ ਹੀ ਸਮਾਪਤ ਕਰਦੇ ਹਾਂ। ਆਪਣੇ ਤੁਸੀਂ ਕਮੈਂਟ ਇਹਦੇ ਵਿੱਚ ਜ਼ਰੂਰ ਪਾ ਦਿਆ ਜੇ ਗੁਰੂ ਕਿਰਪਾ ਸੁਸਾਇਟੀ ਦੇ ਹੌਸਲਾ ਅਫਜ਼ਾਈ ਦੇ ਲਈ। ਤੇ ਹਲਦਵਾਨੀ ਦੀ ਸੰਗਤ ਨੂੰ ਖਾਸ ਅਪੀਲ ਹੈ ਕਿ ਤੁਸੀਂ ਜ਼ਰੂਰ ਇਹਨਾਂ ਦੀ ਸੇਵਾਵਾਂ ਲੈਣੀਆਂ ਨੇ, ਕਿਉਂਕਿ 14 ਤਰੀਕ ਤੋਂ ਸ਼ਾਇਦ ਤੁਹਾਡਾ ਸ਼ੁਰੂ ਹੋ ਰਿਹਾ ਨਾ? ਬਿਲਕੁਲ ਜੀ, 14 ਤਰੀਕ ਤੋਂ ਇਹਨਾਂ ਦੇ ਇਹ ਜਿਹੜੇ ਬੈਂਚ ਸ਼ੁਰੂ ਹੋ ਰਹੇ ਨੇ, ਤੇ ਜ਼ਰੂਰ ਤੁਸੀਂ ਇਹਨਾਂ ਦੀ ਸੇਵਾਵਾਂ ਲੈ ਸਕਦੇ ਹੋ। ਸੋ ਫਤਿਹ ਦੀ ਅਰਜ਼ ਕਰਕੇ ਇੱਥੇ ਸਮਾਪਤ ਕਰਦੇ ਹਾਂ। ਅਗਲੀ ਵਾਰ ਕਿਸੇ ਹੋਰ ਪਰਸਨੈਲਿਟੀ ਦੇ ਨਾਲ, ਕਿਸੇ ਹੋਰ ਸੰਸਥਾ ਨਾਲ ਤੁਹਾਨੂੰ ਜੋੜਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।